ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 10ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਇ, ਕਿਆ ਜਾਣਾ ਕਿਆ ਆਗੇ ਹੋਏ। ਜੋ ਤਿਸ ਪਾਣਾ ਸੋਈ ਹੁਆ, ਔਰ ਨ ਕਰਨੇ ਵਾਲਾ ਦੁਆ। ਨਾ ਜਾਣਾ ਕਰਮ ਕੇਵਟ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ। ਤੂੰ ਏਵਟ ਦਾਤਾ ਦੇਵਨਹਾਰ, ਤੋਟ ਨਾਏ ਤੁਧ ਭਗਤ ਭੰਡਾਰ। ਕਿਆ ਗਰਭ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ। ਤੂੰ ਮਾਰ ਜਵਾਲੇ ਬਖਸ਼ ਮਿਲਾਏ, ਜਿਉ ਭਾਵੀ ਤਿਉ ਨਾਮ ਜਪਾਏ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ, ਗੁਰਮਤਿ ਦੇ ਭਰੋਸੇ ਤੇਰੇ। ਤਨ ਮੇ ਮੈਲ ਨਾਹੀ ਮਨ ਰਾਤਾ, ਗੁਰਬਚਨੀ ਸਚ ਸ਼ਬਦ ਪਛਾਤਾ। ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨਾਈ। ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨਾਈ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਤੇਰੇ ਭਾਣੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ, ਔਰ ਜੋ ਕੁਛ ਕੀਤਾ ਹੈ ਅੱਗੇ ਪਿੱਛੇ ਉਹੀ ਵਾਪਰਨਾ ਹੈ ਜੀ। ਹੇ ਭਾਈ, ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਸੰਗ੍ਰਹਿ, ਭਾਵ ਦੁੱਖ ਤੇ ਸੁੱਖ ਨੂੰ ਕੋਈ ਮਨੁੱਖ ਮੇਟ ਨਹੀਂ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਇਸ ਬਾਰੇ ਕੀ ਜਾਣਾ ਕਿ ਆਉਣ ਵਾਲੇ ਸਮੇਂ ਵਿੱਚ ਮੇਰੇ ਨਾਲ ਕੀ ਹੋਵੇਗਾ। ਫਿਰ ਗੁਰੂ ਜੀ ਕਹਿੰਦੇ ਹਨ, ਸੱਚਾਈ ਇਹ ਹੈ ਕਿ ਜੋ ਇਸ ਵਿਧਾਤੇ ਨੂੰ ਚੰਗਾ ਲੱਗਾ ਹੈ ਉਹੀ ਕੁਝ ਹੋਇਆ ਹੈ। ਉਸ ਤੋਂ ਬਿਨਾਂ ਹੋਰ ਕੋਈ ਦੂਜਾ ਕਰਨ ਕਰਾਉਣ ਵਾਲਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਨਾ ਮੈਂ ਆਪਣੇ ਕੀਤੇ ਕਰਮਾਂ ਨੂੰ ਜਾਣਦਾ ਹਾਂ ਅਤੇ ਨਾ ਹੀ ਜਾਣਦਾ ਹਾਂ ਕਿ ਤੇਰੀ ਦਾਤ ਬਖਸ਼ਿਸ਼ ਕਿਤਨੀ ਵੱਡੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਤਾਂ ਇਉਂ ਸਮਝਦਾ ਹਾਂ ਕਿ ਤੇਰੇ ਗੁਰਸ਼ਬਦ ਗੁਰਬਾਣੀ ਨਾਮ ਦੀ ਜਾਤ ਵਿੱਚ ਮੇਰਾ ਸਾਰਾ ਕਰਮ ਧਰਮ ਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੂੰ ਦਾਤਾ ਦੇਣ ਵਾਲਾ ਇਤਨਾ ਵੱਡਾ ਹੈ ਕਿ ਤੇਰੀ ਭਗਤੀ ਦੇ ਭੰਡਾਰ ਭਰੇ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ। ਫਿਰ ਮਨੁੱਖ ਦਾ ਕੀਤਾ ਹੰਕਾਰ ਕਦੇ ਵੀ ਠੀਕ ਨਹੀਂ ਹੁੰਦਾ ਜੀ, ਕਿਉਂਕਿ ਮਨੁੱਖ ਦੀ ਜਿੰਦ ਤੇ ਸਰੀਰ ਸਭ ਤੇਰੇ ਪਾਸ, ਭਾਵ ਤੇਰੇ ਵੱਸ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੂੰ ਸ਼ਕਤੀਮਾਨ ਹੈ, ਮਾਰ ਕੇ ਜਵਾਲ ਲੈਂਦਾ ਹੈ। ਇਸ ਲਈ ਮੇਰੇ ਪਾਪ, ਮੇਰੇ ਕੀਤੇ ਗੁਨਾਹ ਬਖਸ਼ ਦਿਓ ਜੀ, ਔਰ ਉਹਨਾਂ ਨੂੰ ਬਖਸ਼ ਕੇ ਮੈਨੂੰ ਆਪਣੇ ਨਾਲ ਮਿਲਾ ਲਓ ਜੀ। ਭਾਵ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਗੁਰਸ਼ਬਦ ਗੁਰਬਾਣੀ ਨਾਂ ਦੀ ਸਿੱਖ ਤੇ ਚੱਲਣ ਦੀ ਹਿੰਮਤ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਬਸ ਮੇਰੀ ਤਾਂ ਇਹੋ ਇੱਕ ਬੇਨਤੀ ਅਰਦਾਸ ਹੈ ਕਿ ਜਿਸ ਤਰ੍ਹਾਂ ਵੀ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਮੈਨੂੰ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਜਪਾ ਲਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੂੰ ਸਭ ਕੁਝ ਜਾਣਨ ਵਾਲਾ, ਵੇਖਣ ਵਾਲਾ ਸੱਚਾ ਸਾਹਿਬ ਮੇਰੇ ਸਿਰ ਉੱਤੇ ਖੜਾ ਹੈ ਜੀ। ਭਾਵ ਕਿ ਤੂੰ ਹੀ ਮੇਰਾ ਆਸਰਾ ਹੈ ਜੀ।
ਮੈਂ ਤੇਰੇ ਭਰੋਸੇ 'ਤੇ ਹੀ ਜੀ ਰਿਹਾ ਹਾਂ ਜੀ। ਇਸ ਲਈ ਮੈਨੂੰ ਗੁਰਮਤਿ ਦੀ ਦਾਤ ਬਖਸ਼ ਦਿਓ ਜੀ। ਇਹੀ ਮੇਰੀ ਬੇਨਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਮਨ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰੰਗਿਆ ਹੋਵੇ ਤਾਂ ਸਰੀਰ ਵਿੱਚ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਦੁਆਰਾ, ਗੁਰਸ਼ਬਦ ਦੀ ਕਮਾਈ ਨਾਲ ਸੱਚ ਸਰੂਪ ਪਰਮੇਸ਼ਰ ਨੂੰ ਪਛਾਣਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੇਰਾ ਆਸਰਾ ਅਤੇ ਤੇਰੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਦੀ ਗੁਰਸ਼ਬਦ ਭਗਤੀ ਅਪਣਾ ਕੇ ਪਰਮੇਸ਼ਰ ਦੀ ਸ਼ਰਨ ਵਿੱਚ ਰਹਿਣਾ ਹੀ ਠੀਕ ਹੈ ਜੀ। ਭਾਵ ਸਾਡਾ ਅਸਲੀ ਮਨੋਰਥ ਹੈ ਜੀ। ਆਓ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਕਰਮ ਧਰਮ ਤੇਰੇ ਨਾਮ ਕੀ ਜਾਤ। ਤੇਰਾ ਨਾਮ ਹੀ ਮੇਰੀ ਜਾਤ ਹੈ। ਤੇਰਾ ਨਾਮ ਹੀ ਮੇਰਾ ਕਰਮ ਤੇ ਧਰਮ ਹੈ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਸਾਨੂੰ ਦੱਸਦੇ ਹਨ, ਨਾਨਕ ਰਹਿਣਾ ਭਗਤ ਸਰਨਾਈ। ਗੁਰੂ ਜੀ ਕਹਿੰਦੇ ਹਨ ਕਿ ਆਪ ਉਹ ਪਰਮੇਸ਼ਰ ਦੀ ਭਗਤੀ ਵਿੱਚ, ਭਾਵ ਗੁਰਸ਼ਬਦ ਗੁਰਮਤਿ ਦੁਆਰਾ ਉਸ ਦੀ ਭਗਤੀ ਵਿੱਚ ਰਤੇ ਰਹਿੰਦੇ ਹਨ ਜੀ, ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ ਹਨ ਜੀ। ਭਾਵ ਜਿਹੜੇ ਉਸ ਪਰਮੇਸ਼ਰ ਦੇ ਹੁਕਮ ਨੂੰ ਸਮਝ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਿਛਲੇ ਜਨਮਾਂ ਵਿੱਚ ਕੀਤੇ ਹੋਏ ਕਰਮਾਂ ਦੇ ਆਧਾਰ 'ਤੇ ਲਿਖਿਆ ਹੋਇਆ ਲੇਖ ਸਿਵਾਏ ਪਰਮੇਸ਼ਰ ਤੋਂ ਹੋਰ ਕੋਈ ਨਹੀਂ ਮਿਟਾ ਸਕਦਾ ਜੀ। ਫਿਰ ਜਦੋਂ ਜਾਤ ਅਤੇ ਕਰਮਾਂ ਦਾ ਅਭਿਮਾਨ ਮਿਟ ਜਾਂਦਾ ਹੈ ਤਾਂ ਇਹ ਸੋਝੀ ਆਉਂਦੀ ਹੈ ਕਿ ਮਾਰਨ ਤੇ ਜਵਾਲਣ ਵਾਲਾ ਪਰਮੇਸ਼ਰ ਆਪ ਹੀ ਹੈ ਜੀ। ਫਿਰ ਗੁਰੂ ਜੀ ਇਸ ਸ਼ਬਦ ਦੇ ਤੀਜੇ ਅੰਕ ਵਿੱਚ ਵਾਹਿਗੁਰੂ ਜੀ ਨੂੰ ਹਾਜ਼ਰਾ ਹਜ਼ੂਰ ਸਮਝ ਕੇ ਅਰਦਾਸ ਕਰਦੇ ਹਨ। ਉਹ ਚੇਤੇ ਰੱਖਣ ਵਾਲੀ ਗੱਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਅਸੀਂ ਇਸ ਨੂੰ, ਭਾਵ ਗੁਰਸ਼ਬਦ ਗੁਰਬਾਣੀ ਗੁਰਮਤਿ ਨੂੰ ਨਿਤ ਅਰਦਾਸ ਦਾ ਅੰਗ ਬਣਾ ਲਈਏ, ਭਾਵ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾ ਲਈਏ, ਹਿੱਸਾ ਬਣਾ ਲਈਏ, ਤਾਂ ਜਗਿਆਸੂ ਨੂੰ ਪਰਮੇਸ਼ਰ ਦੀ ਸ਼ਰਨ ਵਿੱਚ ਰਹਿ ਕੇ ਗੁਰਸ਼ਬਦ ਗੁਰਬਾਣੀ ਭਗਤੀ ਕਰਨ ਦੀ ਜਾਚ ਸਹਿਜੇ ਹੀ ਆ ਸਕਦੀ ਹੈ ਜੀ। ਭਾਵ ਉਸ ਹਰਮੂਲ ਨਾਲ ਜੁੜਨ ਦੀ ਜਾਚ ਆ ਸਕਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।